ਮੇਰੀ ਪੈਲੀ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਆ ਉਹ। ਇਸੇ ਵਾਹੂ ਦੇ ਵਿੱਚ ਇਹ ਪੁਆੜੇ ਸਾਰੇ ਇਸ ਜਨਾਨੀ ਦੇ। ਮੈਂ ਤੁਹਾਨੂੰ ਬਰਬਾਦ ਕਰਨ ਵਾਲੀ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਇਹ ਤੁਹਾਡੀ ਐਕਸ ਵਾਈਫ ਹੈ ਜਸਵੀਰ ਕੌਰ ਹੈ, ਜਦ ਕਿ ਇਹ ਉਲਟਾ ਤੁਹਾਨੂੰ ਕਹਿ ਰਹੀ ਹੈ ਕਿ ਤੁਸੀਂ ਇਸ ਜ਼ਿੰਦਗੀ ਨੂੰ ਬਰਬਾਦ ਕੀਤਾ ਜਦ ਤੁਸੀਂ ਇੰਡੀਆ ਜਾਂਦੇ ਹੋ। ਕਈ ਸਾਰੀਆਂ ਗੱਲਾਂ ਝੂਠੀਆਂ। ਅਸੀਂ ਪਿੰਡ ਦੇ ਨੰਬਰਦਾਰ ਆ, ਰਿਸਪੈਕਟਡ ਫੈਮਿਲੀ ਆ। ਮੈਂ ਆਪਣੇ ਆਪ ਨਹੀਂ ਕਹਿਣਾ ਚਾਹੁੰਦਾ, ਤੁਸੀਂ ਜਿੰਨੂੰ ਮਰਜ਼ੀ ਕਾਲ ਕਰ ਲਓ। ਲਾਸ ਐਂਜਲਸ 12 ਜੀ 12 ਪੜ੍ਹੇ। ਤੁਸੀਂ ਸ਼ਾਦੀशुदा ਹੋ? ਹਾਂਜੀ ਬਿਲਕੁਲ ਜੀ। ਅਸੀਂ ਸਟੋਰੀ ਪ੍ਰੋਸੀਡ ਕਰਨ ਤੋਂ ਪਹਿਲਾਂ ਤਸਵੀਰ ਅਤੇ ਸਟੋਰੀ ਨੂੰ ਟੈਲੀਕਾਸਟ ਕਰਨ ਦੀ ਅਸੀਂ ਹਰ ਟੈਕਨੋਲੋਜੀ ਤੇ ਅਸੀਂ ਇਹ ਵੀ ਹਾਈਲਾਈਟਸ ਲਵਾਂਗੇ। ਤੁਸੀਂ ਇਸ ਸਟੋਰੀ ਨੂੰ ਹੋਰ ਕਿਸੇ ਚੈਨਲ ਤੇ ਕਵਰ ਨਹੀਂ ਕਰ ਸਕਦੇ। ਸਾਨੂੰ ਤੁਸੀਂ ਆਗਿਆ ਲੈਣੀ ਚਾਹਾਂਗੇ, ਆਪਣੇ ਰਾਈਟਸ ਲੈਣੇ ਚਾਹਾਂਗੇ, ਜੈਸ ਔਰ ਨੋ। ਤੁਹਾਡੇ ਕੋਲ ਸਮਾਂ ਹੈ ਜੈਸ ਕਹਿਣ ਦਾ ਜਾਂ ਨੋ ਕਹਿਣ ਦਾ। ਹਾਂਜੀ ਜੈਸ ਜੀ ਜੈਸ ਜੀ ਪ੍ਰੋਸੀਡ ਕਰੋ। ਔਰ ਇਹਨਾਂ ਦੀ ਤਸਵੀਰ, ਇਹਨਾਂ ਦੀ ਸਟੋਰੀ ਨੂੰ ਅਸੀਂ ਪ੍ਰੋਸੀਡ ਕਰਨੀ ਸੀ ਆਗਿਆ ਲੈ ਚੁੱਕੇ ਹਾਂ ਤੇ ਕਿਸੇ ਚੈਨਲ ਤੇ ਹੋਰ ਜਾਣ ਦੀ ਇਹਨਾਂ ਨੂੰ ਆਗਿਆ ਨਹੀਂ ਹੈ। ਇਹ ਸਾਡੇ ਤੱਕ ਹੀ ਸੀਮਿਤ ਰਹੇਗੀ। ਐਕਸਕਲੂਸਿਵ ਸਟੋਰੀ ਅਸੀਂ ਟੈਲੀਕਾਸਟ ਕਰ ਰਹੇ। ਪਲੀਜ਼ ਪ੍ਰੋਸੀਡ। ਗੁਰਵਿੰਦਰ ਜੀ, ਤੁਹਾਡੀ ਪਹਿਲੀ ਸ਼ਾਦੀ ਪੰਜਾਬ ਦੇ ਵਿੱਚ ਜਸਵੀਰ ਕੌਰ ਨਾਂ ਦੀ ਲੇਡੀ ਦੇ ਨਾਲ ਹੋਈ ਸੀਗੀ ਔਰ ਅਰੇਂਜ ਸ਼ਾਦੀ ਸੀ ਜਾਂ ਫਿਰ ਇਹ ਲਵ ਮੈਰਿਜ ਸੀਗੀ? ਅਰੇਂਜ ਸ਼ਾਦੀ ਸੀ ਜੀ। ਕਿੰਨੇ ਬੱਚਿਆਂ ਨੂੰ ਜਨਮ ਦਿੱਤਾ ਸੀ ਤੁਸੀਂ ਪੰਜਾਬ ਦੇ ਵਿੱਚ? ਦੋ। ਤਾਂ ਇੱਕ ਬੱਚਾ ਤੁਹਾਡਾ ਅਮਰੀਕਾ ਦੇ ਵਿੱਚ, ਉਸ ਨੂੰ ਤੁਸੀਂ ਜਨਮ ਦਿੱਤਾ ਹੈ ਜੀ? ਹਾਂਜੀ। ਤੁਹਾਡੀ ਪਹਿਲੀ ਵਾਈਫ ਦਾ ਨਾਮ ਜਸਵੀਰ ਕੌਰ। ਕਿੰਨੇ ਸਮਾਂ ਤੁਸੀਂ ਇਕੱਠੇ ਰਹੇ? ਅਸੀਂ ਵੀ ਹੁਣ ਤੱਕ ਤਾਂ ਤਕਰੀਬਨ ਮੈਂ ਇਕੱਠੇ ਰਹੇ ਆ, ਇਕੱਠਿਆਂ ਰਹਿਣ ਦੀ ਕੋਸ਼ਿਸ਼ ਵੀ ਬੜੀ ਕੀਤੀ ਆ ਜੀ। ਪਰ ਇਹ ਜਨਾਨੀ ਜਿਹੜੀ ਆ ਨਾ, ਇਹ ਬੜਾ ਹੀ ਮੈਨੂੰ ਮਤਲਬ ਖਰਾਬ ਕੀਤਾ ਇਹਨੇ। $2 ਲੱਖ ਦੇ ਕਰੀਬ ਮੇਰਾ ਖਰਾਬ ਕੀਤਾ ਇਹਨੇ। ਓ ਮਾਈ ਗॉड। ਦਿਲ ਅਸੀਂ ਕਿੱਦਾਂ ਸੱਚ ਮੰਨ ਸਕਦੇ? ਮੈਂ ਕਿਹਾ ਸੀ ਲੋਕਾਂ ਨੂੰ ਕਿ ਵਨ ਸਾਈਡਡ ਸਟੋਰੀ ਜਿੰਨੇ ਚ ਸਰਦਾਰ ਗੁਰਵਿੰਦਰ ਸਿੰਘ ਨਹੀਂ ਆਉਂਦੇ। ਮੈਂ ਪਤਾ ਕੀਤਾ ਤੁਹਾਡੇ ਇਲਾਕੇ ਵਿੱਚ ਮੈਨੂੰ ਸਾਨੂੰ ਕਾਲ ਆਏ ਬੜੇ ਲੋਕਾਂ ਦੇ ਕਿ ਸਰਦਾਰ ਗੁਰਵਿੰਦਰ ਸਿੰਘ ਜੀ ਬੜੇ ਸਿਆਣੇ ਨੇ, ਮਿਹਨਤੀ ਨੇ ਅਤੇ ਵੱਖ-ਵੱਖ ਗੁਰੂ ਘਰਾਂ ਦੀ ਸੇਵਾ ਕਰਦੇ ਨੇ, ਬੜਾ ਉਹਨਾਂ ਨੂੰ ਸਤਿਕਾਰ ਹੈ। ਸੋ ਮੈਂ ਬੜਾ ਭੰਬਲਭੂਸ ਵਿੱਚ ਪਿਆ ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਾਡਾ ਫੋਨ ਹੀ ਟੈਂਡਰ ਕੀਤਾ ਉਸ ਦਿਨ। ਨਹੀਂ ਕੀਤਾ ਨਹੀਂ ਜੀ, ਤੁਸੀਂ ਫੋਨ ਕੀਤਾ ਨਹੀਂ ਮੈਨੂੰ। ਮੈਂ ਸੱਚਾਈ ਬੋਲੂੰਗਾ ਇਹਦੇ ਵਿੱਚ। ਮੈਨੂੰ ਕਾਲ ਤੁਹਾਡੀ ਆਈ ਨਹੀਂ। ਦੂਸਰੀ ਗੱਲ, ਮੈਨੂੰ ਕਿੱਦਾਂ ਪਤਾ ਤੁਸੀਂ ਟਾਕ ਸ਼ੋਅ ਤੇ ਜੇ ਨਾ, ਮੈਂ ਰੇਡੀਓ ਨਹੀਂ ਸੀ ਸੁਣ ਰਿਹਾ ਤੁਹਾਡਾ। ਹਾਂਜੀ, ਅਸੀਂ ਜਿਸ ਕਰਕੇ ਅਸੀਂ ਗੁਰਵਿੰਦਰ ਸਿੰਘ ਝੂਠ ਨਹੀਂ ਬੋਲਾਂਗੇ। ਜ਼ਿੰਦਗੀ ਵਿੱਚ ਮੇਰੀ ਉਮਰ ਜਿਹੜੀ ਹੈ ਝੂਠ ਬੋਲਣ ਵਾਲੀ ਨਹੀਂ ਹੈ ਔਰ ਮੈਂ 40 ਸਾਲ ਤੋਂ ਬ੍ਰੌਡਕਾਸਟਿੰਗ ਦੇ ਵਿੱਚ ਹੈ। ਤਾਂ ਅਸੀਂ ਤੁਹਾਨੂੰ ਕਾਲ ਕੀਤਾ, ਸਾਡੇ ਪਾਸ ਕਾਲ ਦੀ ਮਿੰਟ ਬੁੱਕ ਪਈ ਹੈ ਔਰ ਜੇ ਤੁਸੀਂ ਕਹੋ ਤਾਂ ਅਸੀਂ ਪ੍ਰੋਸੀਡ ਕਰ ਸਕਦੇ ਹਾਂ। ਨਹੀਂ ਕੋਈ ਨਹੀਂ, ਆਪਾਂ ਅੱਗੇ ਚੱਲੀਏ, ਗੱਲ ਕਰੀਏ ਆਪਾਂ। ਕੋਈ ਨਹੀਂ ਜੀ। ਹਾਂ, ਕਿਉਂਕਿ ਤੁਹਾਡੇ ਵੱਲੋਂ ਲਾਇਆ ਦੋਸ਼ ਜਿਹੜਾ ਆ ਉਹ ਅਸੀਂ ਐਕਸੈਪਟ ਨਹੀਂ ਕਰਦੇ ਔਰ ਅਸੀਂ ਕਾਲ ਕੀਤਾ ਔਰ ਇੱਕ ਤੋਂ ਬਾਅਦ ਕਾਲ ਕੀਤਾ। ਮਿਸਟਰ ਸਿੱਧੂ, ਕਿੰਨੀ ਵਾਰੀ ਕਾਲ ਕੀਤਾ ਸੀ ਉਸ ਦਿਨ ਅਸੀਂ ਇੰਟਰਵਿਊ ਕਰ ਰਹੇ ਸੀ? ਪਲੀਜ਼ ਪ੍ਰੋਸੀਡ ਕਰੋ ਜੀ। ਉਸ ਦਿਨ ਆਪਾਂ ਕੋਈ 10 ਤੋਂ 12 ਵਾਰੀ ਟਾਈਮ ਕਾਲ ਕੀਤੀ ਸੀਗੀ ਇਹਨਾਂ ਨੂੰ। ਅੱਛਾ, ਨਹੀਂ ਹੋ ਰਹੀ ਸੀ। ਐਨੀਵੇ, ਸਰ ਗੁਰਵਿੰਦਰ ਸਿੰਘ ਜੀ, 3 ਬੱਚਿਆਂ ਨੂੰ ਜਨਮ ਦਿੱਤਾ, 2 ਨੂੰ ਇੰਡੀਆ ਵਿੱਚ ਤਾਂ 1 ਬੱਚੇ ਨੂੰ ਕੈਨੇਡਾ ਦੇ ਵਿੱਚ, ਸੌਰੀ ਅਮਰੀਕਾ ਦੇ ਵਿੱਚ, ਮਾਫ ਕਰਨਾ। ਤੁਹਾਡਾ ਸ਼ਹਿਰ ਟ੍ਰੇਸੀ ਆ? ਨਹੀਂ, ਅਸੀਂ ਤਾਂ ਸੈਨੋ ਦੇ ਰਹਿੰਦੇ ਹਾਂ ਜੀ। ਟ੍ਰੇਸੀ ਤੋਂ ਤਾਂ ਮੈਂ ਆ ਗਿਆ ਸੀ। ਅੱਛਾ, ਆ ਗਏ ਸੀ। ਹੋਰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਤੁਹਾਡੇ ਵਾਈਫ ਤੋਂ ਵੱਖ ਹੋਇਆ ਨੂੰ, ਜੋ ਵਾਈਫ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਜਾਂ ਤੁਸੀਂ ਕੀਤਾ ਵੱਖ? ਮੈਂ ਵੱਖ ਹੋਣ ਦਾ ਰੀਜ਼ਨ ਪਹਿਲਾਂ ਥੋੜਾ ਜਿਹਾ ਨਾਲ ਦੱਸੀ ਜਾਵਾਂ ਤੁਹਾਨੂੰ। ਜੀ। ਇੱਕ ਤਾਂ ਨਾ, ਮੈਂ ਗੁਰਬਾਣੀ ਤੋਂ ਸ਼ੁਰੂ ਕਰਨ ਲੱਗਾ ਜੀ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜਿਹੜਾ ਬੰਦਾ, ਜੋ ਕਬੀਰ ਜੀ ਕਹਿੰਦੇ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਓ ਉਦਾਸ। ਜਿਹੜਾ ਬੰਦਾ ਕੋਈ ਕਿਸੇ ਨਾਲ ਗਲਤ ਕਰਦਾ ਨਾ, ਉਹਦੇ ਅੱਗੇ ਆਉਂਦੀਆਂ ਜੀ। ਇਸ ਜਨਾਨੀ ਨੇ ਮੈਨੂੰ ਉਜਾੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਜੜੇ ਆਪ ਗਈ। ਮੇਨ ਮਤਲਬ ਮੈਂ ਗੱਲ ਦੱਸੀ ਆ। ਹੁਣ ਟ੍ਰੇਸੀ ਤੋਂ ਮੇਰਾ 2009 ਚ ਤਲਾਕ ਜਿਹੜਾ ਹੋਇਆ, ਇਹਨੇ ਆਪ ਲਿਆ ਮੇਰੇ ਤੋਂ ਤਲਾਕ, ਜਦ ਕਿ ਤੁਹਾਡੇ ਕੋਲੇ ਸਾਰਾ ਕੁਝ ਇਹਨੇ ਗਲਤ ਬੋਲਿਆ ਜੀ। ਆਪ ਲੈਣ ਦਾ ਕਾਰਨ, ਸਿੱਧੂ ਸਾਹਿਬ ਸੁਣਨ ਵਾਲੀ ਆ ਗੱਲ, ਆਪ ਲੈਣ ਦਾ ਕਾਰਨ ਸੀ ਇਹ ਕਹਿੰਦੀ ਵੀ ਮੇਰੀ ਭਰਜਾਈ ਨੂੰ ਤੂੰ ਇੱਥੇ ਲਿਆ, ਇਹਦੇ ਭਰਾ ਦੀ ਘਰ ਵਾਲੀ ਨੂੰ, ਵੀ ਉਹਨੂੰ ਇੱਥੇ ਲਿਆ ਦੇ। ਇਹ ਕਹਿੰਦੀ ਕਿ ਤੁਸੀਂ ਆਪਣੀ ਭਰਾ ਦੀ ਵਾਈਫ ਨੂੰ ਲਿਆਉਣਾ ਚਾਹੁੰਦੇ ਸੀ? ਨਹੀਂ, ਆਪਣੇ ਭਰਾ ਦੀ ਵਾਈਫ ਨੂੰ, ਇਹਦੇ ਭਰਾ ਮੇਰੇ ਸਾਲੇ ਦੀ ਘਰ ਵਾਲੀ ਨੂੰ ਇੱਥੇ ਲਿਆ ਦੇ ਮੈਨੂੰ। ਆਈ ਸੀ। ਜਦ ਕਿ ਭਰਾ ਇਹਨੇ ਆਪਦੇ ਨੂੰ ਪੁੱਛਿਆ ਤੱਕ ਨਹੀਂਗਾ ਵੀ ਮੈਂ ਆਹ ਕੰਮ ਕਰਨ ਲੱਗੀ ਆ, ਤਲਾਕ ਲੈਣ ਲੱਗੀ ਆ, ਵੀ ਤੂੰ ਘਰ ਵਾਲੀ ਨੂੰ ਭੇਜ ਦੇਂਗਾ। ਜਦੋਂ ਮੈਂ ਇੰਡੀਆ ਗਿਆ ਤੇ ਮੈਂ ਕਿਹਾ ਲੈ ਕਰ ਲਾ ਆਪਦੇ ਭਰਾ ਨਾਲ ਗੱਲ। ਇਹਨੇ ਭਰਾ ਆਪਦੇ ਨਾਲ ਗੱਲ ਕੀਤੀ, ਉਹਨੇ ਗਾੜੀਆਂ ਇਹਨੂੰ ਬੜੀਆਂ ਗੰਦੀਆਂ ਗਾਲਾਂ ਕੱਢੀਆਂ ਵੀ ਤੈਨੂੰ ਕਿਹਨੇ ਕਿਹਾ ਸੀ ਮੈਂ ਆਪਦੇ ਘਰ ਵਾਲੀ ਬਾਹਰ ਭੇਜਣੀ ਆ, ਮੇਰੇ ਬੱਚੇ ਛੋਟੇ ਆ।
ਉਹਨੇ ਮਨਾ ਕਰਤਾ ਜੀ। ਫਿਰ ਇਹ ਕਹਿੰਦੀ ਵੀ ਮੇਰੀ ਮਾਸੀ ਦੀ ਕੁੜੀ ਆ ਇੱਥੇ ਅੰਮ੍ਰਿਤਸਰ ਰਹਿੰਦੀ, ਉਹਨੂੰ ਲਿਆ। ਮੈਂ ਇਹਨੂੰ ਕਿਹਾ ਤੂੰ ਮੈਨੂੰ ਸੇਲ ਤੇ ਥੋੜੀ ਲਾਇਆ ਵੀ ਮੈਂ ਜਿਹਨੂੰ ਮਰਜ਼ੀ ਲਈ ਆਵਾਂ। ਫਿਰ ਜਦੋਂ ਇਹਨੇ ਕਿਹਾ ਉਹਨੂੰ ਲਾ ਲਾ, ਇਹਦੇ ਕਹਿਣ ਦੇ ਇਹਨੇ ਕਿਹਾ ਆਪਦੇ ਮਤਲਬ ਮਾਸੜ ਨਾਲ ਗੱਲ ਕੀਤੀ। ਉਹ ਮਾਸੜ ਨਾਲ ਜਦੋਂ ਗੱਲ ਕੀਤੀ ਉਹ ਕਹਿੰਦੇ ਵੀ ਇਹਦਾ ਤਾਂ ਕੁੜੀ ਦਾ ਜੇ ਤਲਾਕ ਹੀ ਨਹੀਂ ਹੋਇਆ ਤੇ ਇਹਨੂੰ ਕਿੱਦਾਂ ਭੇਜ ਸਕਦੇ ਆਂ ਬਾਹਰ। ਉਹ ਗਈ ਸੀ ਆਸਟ੍ਰੇਲੀਆ ਆਈਲੈਟਸ ਕਰਕੇ ਤੇ ਮੁੰਡਾ ਕੋਈ ਲੈ ਗਿਆ ਜਿੱਦਾਂ ਉੱਥੇ ਆਸਟ੍ਰੇਲੀਆ, ਉੱਥੇ ਜਾ ਕੇ ਉਹਨੇ ਛੱਡ ਦਿੱਤੀ। ਉਹ ਮੈਲਬੌਰਨ ਦੂਸਰੀ ਸਿਟੀ ਚਲੇ ਗਿਆ, ਇਹ ਕੁੜੀ ਕਿਸੇ ਹੋਰ ਸਿਟੀ 'ਚ ਹੀ 6 ਮਹੀਨੇ ਉੱਥੇ ਖਾਣਾ ਖਾਂਦੀ ਰਹੀ। ਇਹਦੇ ਮਾਪਿਓ ਪਿੱਛੋਂ ਖਰਚਾ ਭੇਜਦੇ ਰਹੇ ਉਹਦੇ, ਜੀ ਜੀ, ਜਿਹਦਾ ਮਾਸੜ ਭੇਜਦਾ ਰਿਹਾ ਉਹਨੂੰ ਖਰਚਾ, ਤੇ ਉਹ 6 ਮਹੀਨੇ ਉੱਥੇ ਰਹਿ ਕੇ ਵਾਪਸ ਆ ਗਈ ਜੀ ਜਿੱਦਾਂ ਮੈਲਬੌਰਨ ਵਗੈਰਾ ਤੋਂ ਜੀ। ਫਿਰ ਇਹਨੇ ਮੈਨੂੰ ਹਾਰ ਕੇ ਕਿਹਾ, ਜਦੋਂ ਕੀਤੀ ਤਾਂ ਇਹਨੇ ਆਪਦੇ ਫਾਇਦੇ ਲਈ ਸੀ, ਤਲਾਕ ਕੀਤਾ ਮੇਰੇ ਨਾਲ, ਪਰ ਪੈ ਗਈ ਉਲਟੀ ਇਸ ਕਰਕੇ ਪਈ ਵੀ ਮੈਨੂੰ ਇਹ ਕਹਿੰਦੀ ਵੀ ਤੂੰ ਆਪਦੀ ਭਰਜਾਈ ਨੂੰ ਹੁਣ ਲੈ ਆ। ਤੀਸਰੇ ਥਾਂ ਤੇ ਇਹਨੇ ਮੈਨੂੰ ਕਿਹਾ, ਮੈਨੂੰ ਕਹਿੰਦੀ ਵੀ ਤੁਸੀਂ ਆਪਣੇ ਬ੍ਰਦਰ ਦੀ ਵਾਈਫ ਨੂੰ ਲੈ ਆਓ, ਮੇਰੇ ਭਰਾ ਦੀ ਘਰ ਵਾਲੀ ਨੂੰ, ਮੇਰੇ ਭਰਾ ਦੀ ਡੈਥ ਹੋ ਗਈ ਆ। ਮੈਂ ਦਿਲੋਂ ਨਹੀਂ ਸੀ ਚਾਹੁੰਦਾ ਕਿਉਂਕਿ ਉਹ ਵੀ ਸਹੀ ਨਹੀਂ ਗੀ ਜਨਾਨੀ ਜਿਹਨੂੰ ਮੇਰੇ ਨਾਲ ਜੋੜਤਾ ਇਹਨੇ ਜਿਹਦੇ ਨਾਲ। ਫਿਰ ਵੀ ਮੈਂ ਚਲੋ ਇਹਦੇ ਕਹਿਣ ਦੇ ਮੁਤਾਬਕ ਉਹਦੇ ਨਾਲ ਮੈਰਿਜ ਕਰਾ ਕੇ, ਆ ਜਿਹੜੀ ਤੁਸੀਂ ਫੋਟੋ ਲਾਈ ਆ ਮੇਰੀ ਸਕਰੀਨ ਤੇ ਜੀ, ਮੈਰਿਜ ਕਰਾ ਕੇ ਮੈਂ ਉਹਨੂੰ ਉਹਦੇ ਇੱਥੇ ਪੇਪਰ ਲਿਆਣ ਕੇ ਅਪਲਾਈ ਕਰਤੇ। ਚਲੋ ਮੈਂ ਭਤੀਜੇ ਵੀ ਆ ਜਾਣਗੇ ਇਹਨੇ ਨਾ, ਵੀ ਭਰਾ ਦੀ ਅੰਸਾ ਬੰਸਾ ਉਹ ਵੀ ਆ ਜਾਣਗੇ। ਇੱਥੇ ਆਣ ਕੇ ਉਹਦੀ ਜਦੋਂ ਪ੍ਰੂਵ ਹੋਈ ਨਾ ਸਾਰੀ ਰੇਟ ਵਗੈਰਾ ਸਾਰਾ ਕੁਝ ਪੇਪਰ ਅਪਰੂਵ ਹੋ ਗਏ, ਇਹਨਾਂ ਨੇ ਕਿਤੇ ਆਪਸ ਵਿੱਚ ਸੀਟੀ ਲੜਾਈ ਸੀ। ਉਹ ਕਹਿੰਦੀ ਇੰਡੀਆ ਵਾਲੀ ਕਹਿੰਦੀ ਵੀ ਭਰਾ ਮੇਰੇ ਦੀ ਜਿਹੜੀ ਘਰ ਵਾਲੀ ਆ ਵੀ ਤੈਨੂੰ ਮੈਂ 1 ਕਿੱਲਾ ਪੈਲੀ ਦਾ ਦੇਵਾਂਗੀ, ਤੂੰ ਮੈਨੂੰ ਇੱਥੇ ਮੰਗਾ ਲਾ ਅਮਰੀਕਾ 'ਚ। ਬਾਅਦ 'ਚ ਇਹਨਾਂ ਦੀ ਪਤਾ ਨਹੀਂ ਕਿਸੇ ਗੱਲੋਂ ਲੜਾਈ ਹੋਈ। ਲੜਾਈ ਮੇਰੇ ਹਿਸਾਬ ਨਾਲ ਇਸ ਗੱਲੋਂ ਹੋਈ, ਉਹ ਕਹਿੰਦੀ ਵੀ ਇਹ ਹੁਣ ਮੇਰੇ ਘਰ ਵਾਲਾ ਤੂੰ ਹੋਰ ਲੱਭ। ਜੇ ਤਾਂ ਉਹ ਇੰਡੀਆ ਵਾਲੀ ਸਿਆਣੀ ਹੁੰਦੀ ਤੇ ਚੁੱਪ ਕਰ ਰਹਿੰਦੀ, ਅਮਰੀਕਾ ਪਹਿਲਾਂ ਆ ਜਾਂਦੀ, ਬਾਅਦ ਦੇ ਵਿੱਚ ਇਹ ਗੱਲ ਕਹਿ ਲੈਂਦੀ, ਜਿੱਦਾਂ ਮਰਜ਼ੀ ਕਹਿਣੀ ਸੀ ਕਹਿ ਲੈਂਦੀ ਇੱਥੇ ਆਣ ਕੇ। ਤੁਹਾਡੀ ਭਰਜਾਈ ਇੰਡੀਆ ਵਾਲੀ ਨੇ ਹੀ ਕੰਮ ਸ਼ੁਰੂ ਕਰ ਦਿੱਤਾ। ਉਹਨੇ ਕਿਹਾ ਵੀ ਇਹ ਹੁਣ ਮੇਰੇ ਘਰ ਵਾਲਾ ਤੂੰ ਹੋਰ ਲੱਭ, ਇਹਨੂੰ ਕਹਿ ਦਿੱਤਾ। ਜਦੋਂ ਇਹਨੂੰ ਕਿਹਾ ਇਹ ਸੜਬਲ ਗਈ, ਇਹਨੇ ਚੱਕੇ ਪੇਪਰ ਤੇ ਪੇਪਰ ਪਾੜਤੇ ਉਹਦੇ ਸਾਰੇ। ਪੇਪਰ ਪਾੜਦਿਆਂ ਤੇ ਵੀ ਸਾਡੀ ਖਿੱਚੋਤਾਣ ਹੋ ਗਈ ਦੋਨਾਂ ਦੀ ਜੀ। ਜਦੋਂ ਖਿੱਚੋਤਾਣ ਹੋ ਗਈ ਇਹਨੇ ਦਵਦਾ ਪੁਲਿਸ ਨੂੰ ਕਾਲ ਕਰਤੀ ਜੀ। ਪੁਲਿਸ ਇੱਥੇ ਕਿਸੇ ਨੂੰ ਭਾਜੀ ਐਵੇਂ ਨਹੀਂ ਕੁਛ ਕਹਿੰਦੀ, ਕੋਈ ਕਾਰਨ ਹੋਵੇ ਤਾਂ ਕਹਿੰਦੀ ਆ। ਕਿਸੇ ਨੂੰ ਕੋਈ ਕੁੱਟਿਆ ਮਾਰਿਆ ਹੋਵੇ ਕਿ ਜਦੋਂ ਕੁੱਟਦਾ ਮਾਰਦਾ ਨਾ ਪੁਲਿਸ ਫੜ ਕੇ ਲੈ ਜਾਂਦੀ ਬੰਦੇ ਨੂੰ ਜੀ। ਜੇ ਮੈਨੂੰ ਕੁੱਟਦਾ ਮਾਰਦਾ ਹੁੰਦਾ ਤਾਂ ਮੈਨੂੰ ਪੁਲਿਸ ਲੈ ਜਾਂਦੀ ਨਾ ਅਰੈਸਟ ਕਰਕੇ। ਪਹਿਲੀ ਗੱਲ ਤੇ ਇਹ ਆ ਜੀ। ਅੱਛਾ, ਸਾਡੀ ਜਦੋਂ ਆਰਗੂਮੈਂਟ ਹੋ ਗਈ, ਪੁਲਿਸ ਨੂੰ ਇਹਨੇ ਕਾਲ ਕਰਤੀ, ਪੁਲਿਸ ਆਈ ਤੇ ਉਹਨਾਂ ਨੇ ਗੱਲਬਾਤ ਸੁਣੀ। ਮੇਰਾ ਮੁੰਡਾ ਵੱਡਾ ਜਿਹੜਾ ਬੜਾ ਸਿਆਣਾ, ਉਹ ਟੀਚਰ ਲੱਗਾ ਹੋਇਆ, ਉਹ ਕਹਿੰਦਾ ਵੀ ਡੈਡੀ ਵੀ ਤੁਸੀਂ ਨਾ ਇੱਕ ਜਣਾ ਚੁੱਪ ਕਰਕੇ ਨਾ ਵੱਖਰੇ ਰਹਿ ਲਓ। ਜੇ ਤੁਹਾਡੀ ਲੜਾਈ ਹੁੰਦੀ, ਲੜਾਈ ਸਾਡੀ ਇਸ ਗੱਲੋਂ ਹੋਈ ਵੀ ਭਰਜਾਈ ਨੂੰ ਪੇਪਰ ਪਾੜ ਤੇ ਉਹਦੇ ਕਹਿੰਦੀ ਹੁਣ ਨਹੀਂ ਮੰਗਾਉਣਾ, ਕਿਉਂਕਿ ਉਹਨੇ ਕਿੱਲਾ ਪੈਲੀ ਦਾ ਕੀਤਾ ਸੀ। ਫਿਰ ਉਹਨੇ ਗੱਲ ਆਪ ਹੀ ਕਹਿਤੀ, ਗਲਤ ਗੱਲ ਕਰ ਲਈ ਵੀ ਇਹ ਹੁਣ ਮੇਰੇ ਘਰ ਵਾਲਾ ਤਾਂ ਤੂੰ ਹੋਰ ਲੱਭ ਲਾ। ਇੱਥੋਂ ਲੜਾਈ ਹੋਈ ਇਸ ਗੱਲ ਮੇਨ ਪੁਆਇੰਟ ਤੋਂ। ਜਦੋਂ ਇਹ ਗੱਲ ਇਹਨਾਂ ਦੀ ਲੜ ਪਏ ਤੇ ਇਹਨੇ ਪੇਪਰ ਪਾੜ ਤੇ ਚਲੋ ਨਹੀਂ ਆ ਸਕੀ। ਜਿੱਦਾਂ ਮੈਨੂੰ ਇਹਨੇ ਦੇਖੋ ਫਸਾਇਆ, ਇੱਕ ਤਾਂ ਆਪਦੇ ਵੱਲੋਂ ਤਲਾਕ ਲੈ ਲਿਆ, ਦੂਸਰਾ ਉਹਦੇ ਨਾਲ ਮੈਨੂੰ ਜੋੜਤਾ। ਹੁਣ ਮੈਂ ਉਹਦੇ ਨਾਲ ਮੈਰਿਜ। ਇੱਕ ਸੈਕਿੰਡ, ਤੁਸੀਂ ਉਹਦੇ ਨਾਲ ਫਿਰ ਇੰਡੀਆ 'ਚ ਕੋਈ ਸੈਰੇਮਨੀ ਕੀਤੀ ਸੀਗੀ ਜਾਂ ਚੁੰਨੀ ਚੜਾਈ ਸੀ ਜਾਂ ਫਿਰ ਕੋਈ ਲਾਮਾ ਲਈਆਂ ਜਾਂ ਫਿਰ ਕਿਵੇਂ ਕਿਸ ਤਰ੍ਹਾਂ ਤੁਸੀਂ ਪ੍ਰੂਵ ਕਰਨਾ ਸੀਗਾ ਇਮੀਗ੍ਰੇਸ਼ਨ ਨੂੰ ਕਿ ਅਸੀਂ ਵਿਆਹ ਕਰਾ ਲਿਆ? ਤੁਸੀਂ ਫਿਰ ਵਿਆਹ ਕਰਾਇਆ ਸੀਗਾ? ਸਾਰਾ ਕੁਝ ਜਿੱਦਾਂ ਵਿਆਹ ਕਰਾਈਦਾ ਉਦਾਂ ਹੀ ਕੀਤਾ ਸਾਰਾ ਕੁਝ। ਸੈਰੇਮਨੀ ਕੀ ਮਾੜੀ ਪਾਰਟੀ ਘਰ ਦੇ ਵਿੱਚ ਕੀਤੀ, ਜਿੱਦਾਂ ਜੋ ਵੀ ਆ। ਪੇਪਰ ਵਰਕ ਤੋਂ ਮੇਰਾ ਕਲੀਅਰ ਸੀ ਸਾਰਾ। ਤੁਸੀਂ ਲਾਮਾ ਲਈਆਂ ਸੀ ਗੁਰਦੁਆਰਾ ਸਾਹਿਬ? ਹੋਇਆ ਉੱਥੇ ਕਲੀਅਰਲੀ ਮੈਰਿਜ ਹੋਈ। ਤੁਸੀਂ ਲਾਮਾ ਲਈਆਂ ਸੀ ਗੁਰਦੁਆਰਾ ਸਾਹਿਬ 'ਚ? ਜੀ ਬਿਲਕੁਲ ਜੀ। ਤੁਸੀਂ ਫਿਰ ਮਾਫ ਕਰਨਾ, ਤੁਸੀਂ ਮੇਰੇ ਸਤਿਕਾਰਯੋਗ ਹੋ, ਤੁਸੀਂ ਫਿਰ ਆਪਣਾ ਇੱਕ ਰਿਲੇਸ਼ਨ ਬਣਾ ਲਿਆ, ਮਤਲਬ ਹਸਬੈਂਡ ਵਾਈਫ ਵਾਲਾ ਬਣਾਇਆ ਸੀ? ਨਹੀਂ ਮੈਂ ਉੱਥੇ ਰਿਹਾ ਹੀ ਨਹੀਂ ਜੀ। ਮੈਂ ਤਾਂ ਵਿਆਹ ਵਾਲੇ ਦਿਨ ਰਿਹਾ ਸਿਰਫ, ਮੈਂ ਤਾਂ ਮੁੜ ਕੇ ਇੱਥੇ ਆ ਗਿਆ। ਤੁਹਾਡਾ ਕੋਈ ਰਿਲੇਸ਼ਨ ਨਹੀਂ ਸੀ ਬਣਿਆ ਆਪਣੇ, ਮਤਲਬ ਤੁਸੀਂ ਸਿਰਫ ਉਹਨਾਂ ਨੂੰ ਕੈਨੇਡਾ ਅਮਰੀਕਾ ਵਿੱਚ ਲਗਾਉਣਾ ਸੀ? ਰਿਲੇਸ਼ਨ ਬਣਿਆ ਹੋਵੇ ਜਾਂ ਨਾ, ਇਹ ਤਾਂ ਪੁਆਇੰਟ ਹੀ ਨਹੀਂ ਨਾ ਹੈਗਾ, ਕਿਉਂਕਿ ਉਹ ਉੱਥੇ ਰਹਿੰਦੀ ਰਹੀ, ਮੈਂ ਇੱਥੇ ਰਹਿੰਦਾ ਰਿਹਾ। ਮੈਂ ਤਾਂ ਪੁਆਇੰਟ ਹੋਲਡ ਇੱਕ ਮਿੰਟ ਆਪਣੇ ਤੁਹਾਡਾ ਵਟਸ ਨੇਮ ਗੁਰਵਿੰਦਰ ਜੀ, ਪੁਆਇੰਟ ਇਸ ਕਰਕੇ ਮੈਂ ਰੇਜ਼ ਕੀਤਾ ਆ। ਸੁਣੋ ਗੱਲ, ਮੈਨੂੰ ਬੜਾ ਲੰਬਾ ਸਮਾਂ ਹੋ ਗਿਆ ਕਿਉਂਕਿ ਤੁਹਾਡੀ ਵਾਈਫ ਨੇ ਇਹ ਕਿਹਾ ਕਿ ਇਹ ਜਿਹੜੀ ਭਰਜਾਈ ਸੀਗੀ, ਹਾਂਜੀ ਮੇਰੀ ਜਠਾਣੀ ਸੀਗੀ, ਜਿਹਨੂੰ ਲੈ ਕੇ ਆਉਣਾ ਸੀ, ਤਾਂ ਉਹ ਕਹਿੰਦੀ ਸੀ ਫੋਨ ਤੇ ਮੈਂ ਸੁਣਿਆ ਆ ਕਿ ਮੈਂ ਬਹੁਤ ਪਿਆਰ ਕਰਦੀ ਆ, ਮੇਰਾ ਦਿਲ ਨਹੀਂ ਲੱਗਦਾ। ਤਾਂ ਮੈਨੂੰ ਕਹਿੰਦੀ ਸ਼ੱਕ ਪੈ ਗਈ ਕਿ ਇਹ ਤਾਂ ਗੜਬੜ ਜ਼ਿਆਦੀ ਹੈ। ਤਾਂ ਮੈਂ ਜਿਸ ਕਰਕੇ ਪੁੱਛਿਆ ਕਿ ਜੋ ਉਹ ਕਹਿ ਰਹੀ ਆ ਤੁਸੀਂ ਸਭ ਕੁਝ ਉਲਟ ਕਹਿ ਰਹੇ ਹੋ, ਪਰ ਇਹ ਵੀ ਮੈਂ ਜਿਸ ਕਰਕੇ ਰੇਜ਼ ਕੀਤਾ ਕੁਐਸਚਨ ਤਾਂ ਕਿ ਮੈਨੂੰ ਕਲੀਅਰ ਹੋ ਸਕੇ ਇਹ ਤਾਂ ਸਿਰਫ ਕੈਨੇਡਾ ਮੰਗਾਉਣ ਦੀ ਖਾਤਰ, ਅਮਰੀਕਾ ਮੰਗਾਉਣ ਦੀ ਖਾਤਰ ਹੀ ਸੀ।
ਜੀ ਸੁਣੋ ਪਲੀਜ਼। ਜਿਹੜਾ ਬੰਦਾ ਦੇਖੋ ਚੀਟਿੰਗ ਕਰਦਾ ਕਿਸੇ ਵੀ ਤਰ੍ਹਾਂ ਦੀ, ਉਹ ਫੋਨ ਸਾਹਮਣੇ ਕਿਉਂ ਰੱਖੂ? ਪੁਆਇੰਟ ਆ, ਮੈਂ ਫੋਨ ਸਾਹਮਣੇ ਕਿਉਂ ਰੱਖੂ? ਜੇ ਮੈਂ ਕਿਸੇ ਗੱਲ ਦੀ ਚੀਟਿੰਗ ਕਰਦਾ, ਜੇ ਮੈਂ ਕੋਈ ਗੱਲ ਵੀ ਉਹਦੇ ਨਾਲ ਕਰਦਾ ਹੁੰਦਾ, ਮੇਰੀ ਉਹਦੇ ਨਾਲ ਇਹਨੇ ਮੈਰਿਜ ਕਰਾਈ ਸੀ, ਲਵ ਲੂਵ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ, ਕਿਉਂਕਿ ਮੈਂ ਦਿਲੋਂ ਉਹਨੂੰ ਲਾਈਕ ਨਹੀਂ ਸੀ ਕਰਦਾ। ਇਹਨੇ ਮੇਰਾ ਕਹਿ ਕੇ ਉਹਦੇ ਨਾਲ ਮੈਰਿਜ ਕਰਾਈ, ਮੈਂ ਦਿਲੋਂ ਬਿਲਕੁਲ ਨਹੀਂ ਸੀ ਉਹ ਜਨਾਨੀ ਨੂੰ ਲਾਈਕ ਕਰਦਾ, ਕਿਉਂਕਿ ਉਹ ਜਨਾਨੀ ਵੀ ਠੀਕ ਨਹੀਂ ਸੀ। ਤੁਸੀਂ ਗੱਲ ਜਿਹੜੀ ਤੁਸੀਂ ਚਾਹੁੰਦੇ ਸੀਗੇ ਕਿ ਚਲੋ ਐਟਲੀਸਟ ਮੇਰੇ ਭਰਾ ਦੀ ਭਰਜਾਈ ਤੇ ਬੱਚੇ ਨਾਲ ਆ ਜਾਣ। ਹਾਂ, ਮੇਨ ਮੇਰੇ ਭਤੀਜਿਆਂ ਦਾ ਸੀ ਕੰਸਰਨ ਵੀ ਚੱਲ ਉਸ ਜਨਾਨੀ ਦਾ ਕਰਕੇ ਭਤੀਜੇ ਆ ਜਾਣ, ਫਿਰ ਵੀ ਖੂਨ ਆ ਆਪਣੇ ਭਰਾ ਦਾ। ਬਸ ਮੇਨ ਗੱਲ ਆ ਸੀ। ਉਹ ਜਨਾਨੀ ਨੇ ਮੇਰੀਆਂ ਇੰਨੀਆਂ ਚੀਜ਼ਾਂ ਚੋਰੀ ਕੀਤੀਆਂ, ਮੈਂ ਤੁਹਾਨੂੰ ਹੁਣ ਗੱਲ ਲੰਮੀ ਹੋ ਜਾਣੀ ਆਪਣੀ। ਮੇਰੀਆਂ ਸੋਹਣੀਆਂ ਸੋਹਣੀਆਂ ਸ਼ਰਟਾਂ, ਮੇਰਾ ਵੱਡਾ ਬ੍ਰਦਰ ਇਰਾਨ ਚ ਸੀ ਪਹਿਲਾਂ, ਉੱਥੋਂ ਲਿਆਇਆ ਉਹ ਐਡੀਆਂ ਐਡੀਆਂ ਸੋਹਣੀਆਂ ਸ਼ਰਟਾਂ, ਰੇਬਨ ਦੀਆਂ ਐਨਕਾਂ। ਸਕੂਟਰ ਬਜਾਜ ਚੇਤਕ ਮੇਰੇ ਕੋਲ ਭਲੇ ਵੇਲਿਆਂ ਚ ਰਿਹਾ 80 ਦੇ ਲਾਗੇ ਛਾਗੇ। ਉਦੋਂ ਇੱਕ ਮਹਿਨਾ ਗੱਲ ਰਖਾਉਂਦੀ ਸੀ 80 ਦੇ ਲਾਗੇ ਛਾਗੇ ਬਜਾਜ ਚੇਤਕ ਰੱਖਣਾ ਸਕੂਟਰ। ਤੇ ਸਾਰੀਆਂ ਚੀਜ਼ਾਂ ਮੇਰੀਆਂ ਚੁੱਕ ਕੇ ਲੈ ਗਈ ਜੀ, ਜਿੰਨੀਆਂ ਸੋਹਣੀਆਂ ਸੋਹਣੀਆਂ ਸ਼ਰਟਾਂ ਸੀ। ਈਵਨ ਜਦੋਂ ਇਹ ਬ੍ਰਦਰ ਗਿਆ 89 ਦੇ ਵਿੱਚ ਇੰਡੀਆ, ਇਹਦੇ ਮੁੰਡੇ ਦਾ ਕੜਾ ਉਹਨੇ ਲਾ ਲਿਆ। ਅਸੀਂ ਆਪਣੇ ਕੰਮ ਵਾਲੀ ਤੇ ਸ਼ੱਕ ਕਰਦੇ ਰਹੇ, ਪਰ ਕੜਾ ਇਹਨੇ ਲਾਇਆ ਸੀ। ਇਹਨੂੰ ਮੈਂ ਪੁੱਛਿਆ ਵੀ ਇਹ ਚੋਰੀ ਤਾਂ ਤੂੰ ਚੀਜ਼ਾਂ ਕੀਤੀਆਂ ਸਾਰੀਆਂ? ਕਹਿੰਦੀ ਵੀ ਚੀਮਾ ਚੋਰਾਂ ਦਾ ਵੱਜਦਾ ਤਾਂ ਮੈਂ ਚੋਰੀ ਕੀਤੀਆਂ, ਇਹਨਾਂ ਦਾ ਪਿੰਡ ਚੋਰਾਂ ਦਾ ਵੱਜਦਾ, ਚੀਮਾ ਚੋਰਾਂ ਦਾ, ਤੇ ਤਾਂ ਕਰਕੇ ਕਹਿੰਦੀ ਮੈਂ ਚੋਰੀ ਕੀਤੀਆਂ ਵਾ, ਤੇ ਮੈਂ ਕੀਤੀਆਂ ਸ਼ਰੇਆਮ ਕੀਤੀਆਂ। ਕਹਿੰਦੀ ਮੈਂ ਇਹਨਾਂ ਦਾ $1300 ਵੀ ਕੱਢ ਲਿਆ ਉਹਨਾਂ ਨੇ, ਇਹਨਾਂ ਟੈਚੀ ਉਹਦੇ ਅੰਦਰ ਰੱਖੇ ਸੀ। ਇਸ ਕਰਕੇ ਮੈਂ ਉਹਨੂੰ ਲਾਈਕ ਨਹੀਂ ਸੀ ਕਰਦਾ, ਉਹਨੂੰ ਨਹੀਂ ਲਿਆਉਣਾ ਚਾਹੁੰਦਾ ਸੀ, ਪਰ ਮਜਬੂਰੀ ਦਾ ਨਾਂ ਦਿੰਦੇ ਸ਼ੁਕਰੀਆ। ਇਸ ਕਰਕੇ ਮੈਂ ਉਹਦੇ ਨਾਲ ਮੈਰਿਜ ਕਰਾਈ, ਪਰ ਮੈਂ ਦਿਲੋਂ ਨਹੀਂ ਸੀ ਜਿੱਦਾਂ ਲਾਈਕ ਕਰਦਾ ਉਹਨੂੰ। ਮੈਂ ਵਿਆਹ ਕਰਾ ਕੇ ਮਤਲਬ ਅਗਲੇ ਦਿਨ ਆ ਗਿਆ ਇੱਥੇ ਆਣ ਕੇ, ਚਲੋ ਪੇਪਰ ਅਪਲਾਈ ਕੀਤੇ ਤੇ ਇਹਨੇ ਨਹੀਂ ਮੰਗਾਉਣ ਦਿੱਤਾ ਉਹਨੂੰ ਵੀ, ਪਰ ਮੈਨੂੰ ਫਸਾ ਦਿੱਤਾ ਪੇਪਰ ਵਰਕ ਦੇ ਵਿੱਚ ਵੀ ਉਹਦੇ ਨਾਲ ਵੀ ਵੱਧਾ ਰਵੇ। ਉਹ ਫਸਾਉਣ ਦਾ ਕਰਕੇ ਹੁਣ ਮੈਂ ਉੱਥੇ ਅੰਮ੍ਰਿਤਸਰ ਪਲਾਟ ਲਿਆ, ਮੇਰੀ ਮਾਮੀ ਉੱਥੇ ਰਹਿੰਦੀ, ਉਹਦੇ ਸਾਹਮਣੇ ਉਹਨੇ ਪਲਾਟ ਮਾਮੀ ਨੇ ਮੈਨੂੰ ਲੈ ਕੇ ਦਿੱਤਾ। ਉਹ ਪਲਾਟ ਤੇ ਕਬਜ਼ਾ ਕਰਕੇ ਬਹਿ ਗਈ ਵੀ ਮੇਰੀ ਉਹਦੇ ਨਾਲ ਮੈਰਿਜ ਹੋਈ। ਮੇਰੀ ਪੈਲੀ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਆ ਉਹ। ਇਸੇ ਵਾਹੂ ਦੇ ਵਿੱਚ ਇਹ ਪੁਆੜੇ ਸਾਰੇ ਇਸ ਜਨਾਨੀ ਦੇ। ਮੈਂ ਤੁਹਾਨੂੰ ਬਰਬਾਦ ਕਰਨ ਵਾਲੀ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਇਹ ਤੁਹਾਡੀ ਐਕਸ ਵਾਈਫ ਹੈ ਜਸਵੀਰ ਕੌਰ ਹੈ, ਜਦ ਕਿ ਇਹ ਉਲਟਾ ਤੁਹਾਨੂੰ ਕਹਿ ਰਹੀ ਹੈ ਕਿ ਤੁਸੀਂ ਇਸ ਜ਼ਿੰਦਗੀ ਨੂੰ ਬਰਬਾਦ ਕੀਤਾ ਜਦ ਤੁਸੀਂ ਇੰਡੀਆ ਜਾਂਦੇ ਹੋ। ਕਈ ਸਾਰੀਆਂ ਗੱਲਾਂ ਝੂਠੀਆਂ। ਅਸੀਂ ਪਿੰਡ ਦੇ ਨੰਬਰਦਾਰ ਆ, ਰਿਸਪੈਕਟਡ ਫੈਮਿਲੀ ਆ। ਮੈਂ ਆਪਣੇ ਆਪ ਨਹੀਂ ਕਹਿਣਾ ਚਾਹੁੰਦਾ, ਤੁਸੀਂ ਜਿੰਨੂੰ ਮਰਜ਼ੀ ਕਾਲ ਕਰ ਲਓ। ਗਵਿੰਦਰ ਜੀ ਤੁਹਾਡੇ ਬਾਰੇ ਅਸੀਂ ਆਪ ਜੀ ਬਾਰੇ ਆਲਰੇਡੀ ਜਾਣਕਾਰੀ ਲੈ ਚੁੱਕੇ ਹਾਂ। ਆਪ ਜੀ ਬੜੇ ਚੰਗੇ ਘਰਾਣੇ ਨਾਲ ਸੰਬੰਧਿਤ ਹੋ ਤੇ ਆਪ ਜੀ ਦਾ ਪੂਰਾ ਸਤਿਕਾਰ ਹੈ। ਗੁਰੂ ਘਰਾਂ ਦੀ ਸੇਵਾ ਕਰਨ ਵਾਲੇ ਸਰਦਾਰ ਗੁਰਵਿੰਦਰ ਸਿੰਘ ਤੁਸੀਂ ਹੋ, ਸ਼ਖਸੀਅਤ ਮੈਂ ਤੁਹਾਡਾ ਸਤਿਕਾਰ ਕਰਦਾ। ਪਰ ਇੱਥੋਂ ਇਹ ਸਾਬਤ ਹੁੰਦਾ ਕਿ ਘਰ ਜਿਹੜੀ ਆ, ਘਰ ਨੂੰ ਔਰਤ ਬਰਬਾਦ ਵੀ ਕਰ ਸਕਦੀ ਆ, ਬਣਾ ਵੀ ਸਕਦੀ ਆ, ਔਰ ਸੂਈ ਦੇ ਨੱਕੇ ਨਾਲ ਜੇ ਔਰਤ ਢਾਉਣ ਲੱਗੇ ਤੇ ਘਰ ਨੂੰ ਢਾਹ ਵੀ ਸਕਦੀ ਆ। ਤੁਹਾਡੇ ਘਰ ਦੀ ਕਹਾਣੀ ਇਹੋ ਜਿਹੀ ਆ, ਬਦਨਾਮ ਤੁਹਾਨੂੰ ਉਹਨੇ ਕੀਤਾ, ਰੱਜ ਕੇ ਕੀਤਾ। ਇਸ ਤੋਂ ਇਹ ਸਾਬਤ ਹੁੰਦਾ ਹੈ। ਔਰ ਅਸੀਂ ਅਜੇ ਤਾਂ ਜੀ ਅੱਗੇ ਆਉਣ ਦੀਆਂ ਗੱਲਾਂ ਬਹੁਤ ਜ਼ਿਆਦੀਆਂ, ਮੈਂ ਤੁਹਾਨੂੰ ਦੱਸਣਾ ਸਾਰੀਆਂ। ਆਪਣੀ ਕਹਾਣੀ ਮੇਰਾ 2 ਸੈਗਮੈਂਟਾਂ 'ਚ ਪੂਰੀ ਹੋਊਗੀ। ਜੀ ਕੈਰੀ ਔਨ। ਆਪਾਂ ਪਹਿਲਾਂ ਇਹਦੇ ਤਲਾਕ ਤੋਂ ਗੱਲ ਲੈਨੇ। ਜਦੋਂ ਇਹ ਕਹਿੰਦੀ ਆ ਵੀ ਮੇਰੇ ਪੇਪਰਾਂ ਵਿੱਚ ਪੈਲੀ ਦੇ ਪੇਪਰ ਰੱਖਤੇ ਤੇ ਤਲਾਕ ਲਿਆ। ਵਰਿੰਦਰ ਸ਼ੇਖੋਂ ਵਕੀਲ ਆ ਸੈਕਰਾਮੈਂਟੋ ਦੇ ਵਿੱਚ, ਫਲੋਰਨ ਰੋਡ ਦੇ ਉੱਤੇ। ਆਨਲਾਈਨ ਅੱਜ ਕੱਲ ਸਾਰਾ ਕੁਝ ਲੱਭ ਜਾਂਦਾ, ਮਿੰਟ ਤੋਂ ਪਹਿਲਾਂ ਉਹਦਾ ਫੋਨ ਆ ਸਕਦਾ। ਉਹਨੂੰ ਪੁੱਛੋ ਵੀ ਅਸੀਂ ਦੋਵੇਂ ਜਣੇ ਤੇਰੇ ਕੋਲੇ ਆਏ ਸੀ ਕਿ ਨਹੀਂ ਤਲਾਕ ਲੈਣ। ਜਿਹੜਾ ਇਹ ਕਹਿੰਦੀ ਪੇਪਰਾਂ ਦੇ ਵਿੱਚ ਰੱਖ ਕੇ ਤੇ ਉਹ ਮੇਰੇ ਤੋਂ ਸਾਈਨ ਕਰਾ ਲਏ ਤਲਾਕ ਦੇ ਪੈਲੀ ਦੇ ਪੇਪਰਾਂ 'ਚ। ਇਹਨਾਂ ਨੇ ਇਹ ਵੀ ਕਿਹਾ ਸੀ ਕਿ ਮੇਰੀ ਮਦਰ ਨੂੰ ਮੈਂ ਤੰਗ ਕਰ ਰਿਹਾ ਸੀ, ਮੇਰੀ ਮਦਰ ਤੋਂ, ਮੇਰੇ ਪੇਕਿਆਂ ਤੋਂ 2 ਖੇਤੇ ਤੇ ਕੁਝ ਜ਼ਮੀਨ ਜਿਹੜੀ ਆ ਇਹਨਾਂ ਨੇ ਜ਼ਬਰਦਸਤੀ ਲਈ ਆ ਤੇ ਮੇਰੇ ਮਾਪਿਆਂ ਨੂੰ ਦੇਣੀ ਪਈ, ਨਾ ਕਰਾਉਣੀ ਪਈ, ਤੁਸੀਂ ਵੇਚ ਆਏ ਹੋ। ਸੱਚੀ ਗੱਲ ਹੈ? ਬਿਲਕੁਲ ਝੂਠ, 100%। ਪੈਲੀ ਤਾਂ ਮੈਂ ਲਈ ਜੀ, ਪੈਲੀ ਮੈਂ ਲਈ। ਇੱਥੋਂ ਸਗੋਂ ਪੈਸੇ ਭੇਜ ਕੇ 98 ਦੇ ਵਿੱਚ ਪੈਸੇ ਇੰਨੇ ਬਣਦੇ ਸੀ ਉਦੋਂ ਇੱਥੇ ਜਿਹੜੇ ਰਹਿਣ ਵਾਲੇ ਆ ਬੇ ਏਰੀਏ ਦੇ ਵਿੱਚ, $700 $800 ਮੈਂ ਰੋਜ਼ ਦਾ ਬਣਾਉਂਦਾ ਰਿਹਾ। ਤੇ ਮੈਂ ਆਪ ਹੈਰਾਨ ਸੀ ਕਿ ਇੰਨੇ ਪੈਸੇ ਰੱਖਾਂਗੇ ਕਿੱਥੇ। ਮੈਂ ਫਿਰ ਉੱਥੇ ਇਹਦੇ ਪਿਓ ਨੂੰ ਭੇਜ ਕੇ, ਇਹਦੀ ਮਾਂ ਨੂੰ ਭੇਜ ਕੇ ਪੈਸੇ ਪੈਲੀ ਜ਼ਮੀਨ ਲੈ ਲਈ। ਉੱਥੇ 3 ਏਕੜ ਜ਼ਮੀਨ ਲਈ, ਜਿਸ ਚੋਂ 1 ਕਿੱਲਾ ਇਹਦੇ ਨਾਂ ਸੀ, 2 ਕਿੱਲੇ ਮੇਰੇ ਨਾਂ ਸੀ। ਮੇਰੀ ਜ਼ਮੀਨ ਤੇ ਇਹ ਕਬਜ਼ਾ ਕਰਨਾ ਚਾਹੁੰਦੇ ਸੀ। ਸੋ ਇਹਨਾਂ ਤੁਹਾਡੀ ਵਾਈਫ ਨੇ ਝੂਠ ਕਿਉਂ ਬੋਲਿਆ? ਕਹਿੰਦੀ ਜੀ ਮੈਨੂੰ ਤਲਾਕ ਦੇ ਕੇ ਇਹ ਸਭ ਕੁਝ ਕੀਤਾ। ਸੋ ਸਰ ਪਲੀਜ਼ ਪੇ ਅਟੈਂਸ਼ਨ। ਹਾਂਜੀ, ਸੋ ਇਹ ਇੱਕ ਬਹੁਤ ਵੱਡਾ ਤੁਹਾਡੇ ਤੇ ਇਹਨੇ ਮਤਲਬ ਜ਼ੁਲਮ ਢਾਇਆ, ਤੁਹਾਨੂੰ ਇਹਨੇ ਬਦਨਾਮ ਕੀਤਾ। ਔਰ ਅਸੀਂ ਵਨ ਸਾਈਡਡ ਸਟੋਰੀ ਦੇ ਵਿੱਚ ਹਮੇਸ਼ਾ ਕਹਿੰਦੇ ਆ ਕਿ ਸਟੋਰੀ ਕਿਸੇ ਵੇਲੇ ਵੀ ਟਵਿਸਟ ਹੋ ਸਕਦੀ ਹੈ। ਸੋ ਇਹਨੇ ਇਹ ਐਲੀਗੇਸ਼ਨ ਲਾਇਆ ਜੀ ਮੈਨੂੰ ਇੰਨਾ ਤੰਗ ਕਰ ਰਿਹਾ ਸੀ ਮੇਰੇ ਘਰ ਵਾਲਾ। ਕਹਿੰਦਾ ਜੀ ਤੂੰ ਆਪਣੇ ਪੇਕਿਆਂ ਤੋਂ ਆਪਣਾ ਹਿੱਸਾ ਲੈ
ਤਾਂ ਜਦੋਂ ਮੈਂ ਹਿੱਸਾ ਲੋੜਨ ਦੀ ਕਰਲਾਂਦੀ ਨੇ ਮੇਰੇ ਮਾਂ-ਬਾਪ ਨੇ ਹਿੱਸਾ ਦਿੱਤਾ ਤਾਂ ਫਿਰ ਉਹ ਇਹਨੂੰ ਵੇਚ ਕੇ ਜਦੋਂ ਇੰਡੀਆ ਜਾਂਦਾ ਸੀ ਅੱਜ ਗੱਲਾਂ ਕਰ ਸੀ ਔਰ ਉਸ ਤੋਂ ਬਾਅਦ ਤੁਹਾਨੂੰ ਹੋਰ ਪਰੇਸ਼ਾਨ ਮਾਰਦੀ ਜੀ ਇਹਨਾਂ ਕੋਲੇ ਹੈ ਕੀ ਜਿਹੜਾ ਮੈਨੂੰ ਦੇਣਾ ਸੀ। ਮੈਂ ਤਾਂ ਤੁਹਾਨੂੰ ਦੱਸਾਂ ਵੀ ਮੈਂ ਤਾਂ ਆਪ ਇਹਨਾਂ ਦੀ ਹੈਲਪ ਕਰਦਾ ਰਿਹਾ ਸਾਰੀ ਉਮਰ, ਮੈਂ ਮਰ ਗਿਆ ਹੈਲਪ ਕਰਦਾ ਇਹਨਾਂ ਦੀ। ਇਹ ਤਾਂ ਆਪ ਮਤਲਬ ਹੁਣ ਕੀ ਦੱਸਾਂ, ਮੈਂ ਜ਼ਿਆਦਾ ਨਹੀਂ ਬਦਨਾਮੀ ਕਰਨਾ ਚਾਹੁੰਦਾ, ਫਿਰ ਵੀ ਮੇਰੇ ਬੱਚਿਆਂ ਦੀ ਮਾਂ ਵਾ, ਭਾਵੇਂ ਡਾਈਵੋਰਸ ਹੋ ਗਿਆ ਕੁਛ, ਮੈਂ ਬਦਨਾਮੀ ਇੰਨੀ ਨਹੀਂ ਕਰਨਾ ਚਾਹੁੰਦਾ, ਪਰ ਮੈਂ ਵੈਰੀਫਿਕੇਸ਼ਨ ਜ਼ਰੂਰ ਦੇਵਾਂ ਸਾਰੀਆਂ ਗੱਲਾਂ ਦੀ ਜੀ। ਸੋ ਇਸ ਦਿਨ ਔਰਤ ਨੇ ਫਿਰ ਤੁਹਾਨੂੰ ਜੀ ਇੱਥੇ ਨਾ ਜਿੰਨੇ ਵੀ ਕੀਰਤਨ ਵਾਲੇ ਆਉਂਦੇ ਰਹੇ ਜਾਂ ਕਵੀਸ਼ਰੀ ਆਉਂਦੇ ਰਹੇ ਆ, ਸਾਰਿਆਂ ਨੂੰ ਮੈਂ ਆਪਣੀ ਲਿਮੋ ਤੇ ਬੇਕਰਫੀਲਡ ਤੱਕ ਸੇਵਾ ਦੇ ਵਜੋਂ ਲੈ ਕੇ ਜਾਂਦਾ ਰਿਹਾ। ਤੁਸੀਂ ਮੇਜਰ ਸਿੰਘ ਖਾਲਸਾ ਸੁਲਤਾਨਪੁਰ ਲੋਧੀ ਦੇ ਏਰੀਏ 'ਚ ਆ, ਉਹਨਾਂ ਨੂੰ ਪੁੱਛ ਲਓ। ਇੱਥੇ ਜਿੰਨੇ ਵੀ ਢਾਡੀ ਰਾਗੀ ਆਉਂਦੇ ਰਹੇ ਆ ਉਹਨਾਂ ਦੀ ਮੈਂ ਸੇਵਾ ਕਰਦਾ ਰਿਹਾ। ਚਲੋ ਇਹ ਗੱਲ ਇੱਕ ਦੂਸਰੀ ਆ ਜੀ। ਉਸ ਤੋਂ ਅੱਗੇ ਆ ਜਾਓ, 20 ਸਾਲ ਬਾਅਦ ਅਸੀਂ ਇੰਡੀਆ ਗਿਆ ਮੈਂ ਨਾਲ ਲੈ ਕੇ ਜੀ। ਮੈਂ ਇਹਨੂੰ ਕਿਹਾ ਵੀ ਤੇਰੇ ਕੋਲੇ ਇੰਡੀਅਨ ਪਾਸਪੋਰਟ ਹੈ ਨਹੀਂਗਾ, ਤੂੰ ਅਜੇ ਅਗਲੇ ਸਾਲ ਚੱਲ ਜੀ, ਪਾਸਪੋਰਟ ਬਣਾ ਲਾ ਪਹਿਲਾਂ। ਇਹ ਮੈਨੂੰ ਜਿੱਦ ਕਰਕੇ ਕਹਿੰਦੀ ਵੀ ਨਹੀਂ ਮੈਂ ਤਾਂ ਤੇਰੇ ਨਾਲ ਵੀ ਪਹਿਲਾਂ ਜਾਣਾ, ਕਹਿੰਦੀ ਤਿਆਰ ਹੋ ਗਈ ਮੇਰੇ ਨਾਲ ਹੀ, ਪਰ ਟਰੈਵਲ ਡਾਕੂਮੈਂਟ ਬਣਾਏ ਅਸੀਂ ਵਾਇਆ ਨੇਪਾਲ ਜਾਣ ਲਈ। ਟਰੈਵਲ ਡਾਕੂਮੈਂਟ ਬਣਾ ਕੇ ਵਾਇਆ ਨੇਪਾਲ ਅਸੀਂ ਇੰਡੀਆ ਚਲੇ ਗਏ। ਜਦੋਂ ਇੰਡੀਆ ਗਏ 20 ਸਾਲਾਂ ਬਾਅਦ ਦੇਖੋ ਤੁਸੀਂ, ਬੰਦਾ ਸਹੁਰੇ ਗਿਆ ਹੋਵੇ ਜਵਾਈ ਭਾਈ ਤੇ ਉਹਨੂੰ ਚਾਹ ਪਿਆਉਣ ਤੋਂ ਪਹਿਲਾਂ ਹੀ ਤੁਸੀਂ ਕਹਿ ਦਿਓ ਵੀ ਗੁਰਵਿੰਦਰ ਪੈਲੀ ਸਾਡੇ ਨਾਲ ਲਵਾ ਦੇ, ਗੁਰਵਿੰਦਰ ਪੈਲੀ ਸਾਡੇ ਨਾਲ ਲਵਾ ਦੇ। ਇਹ ਗੱਲ ਦਿਲ 'ਚ ਇਹਨਾਂ ਦੇ ਕਿੱਦਾਂ ਆ ਗਈ? ਓ ਵੈਰੀ ਸੈਡ ਪਾਰਟ। ਐਨੀਵੇ ਸੋ ਤੁਸੀਂ ਕਿਆ ਨਹੀਂ ਮੈਂ ਕਾਫੀ ਸਾਹਿਬ ਪੀਤੀ। 20 ਸਾਲ ਬਾਅਦ ਮੈਂ ਗਿਆ, ਦੁੱਖ ਸੁੱਖ ਪੁੱਛਣ ਦੀ ਬਜਾਏ ਇਹਦੀ ਮਾਂ ਨੇ ਕਹਿਣਾ ਸ਼ੁਰੂ ਕਰਤਾ, ਇਹਦੇ ਪਿਓ ਨੇ ਵੀ ਉਹ ਪੈਲੀ ਸਾਡੇ ਨਾਲ ਲਵਾ ਦੇ, ਕਿਉਂਕਿ ਜ਼ਮੀਨਾਂ ਦੇ ਰੇਟ ਬਹੁਤ ਵੱਧ ਗਏ ਸੀ। ਜਦੋਂ ਮੈਂ ਲਈ 2 ਲੱਖ ਦੇ ਕਰੀਬ ਲਈ ਸੀ, ਬਾਅਦ ਚ 18-20 ਲੱਖ ਦੇ ਕਰੀਬ ਰੇਟ ਹੋ ਗਿਆ ਸੀ। ਨੇ ਉਹਨਾਂ ਨੇ ਕਾਹਤੋਂ ਕਿਹਾ, ਸੱਸ ਸਹੁਰੇ ਨੇ ਕਿਉਂ ਕਿਹਾ ਤੁਹਾਨੂੰ ਕਿ ਜ਼ਮੀਨ ਲਵਾ ਦੇਣਾ? ਕਿਉਂਕਿ ਉਹ ਖਾਣੀ ਚਾਹੁੰਦੇ ਸੀ। ਹਾਲਾਂ ਠੇਕਾ ਉਹ ਲੈਂਦੇ ਸੀ, 12 ਸਾਲ ਹੋ ਗਿਆ ਸੀ, 98 ਤੋਂ ਲੈ ਕੇ 2010 ਤੱਕ ਉਹਨਾਂ ਨੂੰ ਠੇਕਾ 12 ਸਾਲ ਹੋ ਗਿਆ ਸੀ ਲੈਂਦਿਆਂ ਨੂੰ। ਹੋਲਡ ਔਨ ਗੁਰਵਿੰਦਰ ਜੀ, ਹੋਲਡ ਔਨ। ਆਪਣੇ ਜਸਵੀਰ ਤੁਸੀਂ ਲਾਈਨ ਤੇ ਹੋ? ਹਾਂਜੀ ਭਾਜੀ। ਤੁਸੀਂ ਝੂਠ ਬਹੁਤ ਰੱਜ ਕੇ ਬੋਲੇ ਹੋ। ਤੁਹਾਡੇ ਪਤੀ ਪਰਮੇਸ਼ਰ ਕਹਿ ਰਹੇ ਨੇ ਕਿ ਤੁਸੀਂ ਤਾਂ ਆਪ ਡਿਵੋਰਸ ਦਿੱਤਾ ਕਿ ਮੇਰੀ ਜਿਹੜੀ ਆ ਭੈਣ ਆ, ਮੇਰੀ ਭਰਾ ਦੀ ਭਰਜਾਈ ਆ, ਉਹਨੂੰ ਤੁਸੀਂ ਲੈ ਕੇ ਆਓ। ਤਾਂ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਤੁਸੀਂ ਉਲਟਾ ਮੈਨੂੰ ਦੱਸਿਆ ਉਸ ਦਿਨ, ਤੁਸੀਂ ਝੂਠ ਕਿਉਂ ਬੋਲੇ ਹੋ? ਭਾਜੀ ਇਹ ਝੂਠ ਮਾਰਦਾ ਸਾਰੇ, ਇਹ ਬੰਦਾ ਝੂਠ ਤੂਫਾਨ ਮਾਰਦਾ ਸਾਰੇ।